सत श्री अकाल जी। मैं लवप्रीत कौर हाज़र जी। गुरविंदर सरसीनी द्वारा लिखिया गया नावल मंदभागी करमों का दूजा विआह का भाग 18वां लैके आओ आपां शुरू करते हाँ। अगले दिन करमों ते नूर डेयरी फार्म पाउण दे लई किहड़ा करजा मिल सकता है उस बारे पुछण दे लई वो दोवें तैयार हो के मोहाली वल नूं तुर पे। तकरीबन 2 घंटे विच वो मोहाली पहुँच गए अते वो उस कमरे विच पहुँच गए जिथे डेयरी फार्मिंग के करजे बारे दस्सिया जांदा सी। उत्थे फिर तो शर्मा जी अते एक दलीप सिंह नां दा मुंडा बैठा सी। ਇਹ ਉਸੇ कमरे ਵਿੱਚ ਦੁਬਾਰੇ पहुँच गए जिथे उन्होंने पहला भी फार्म भरे सी कोर्स करन दे लई ਅਤੇ ਕਰਮੋ ने दलीप सिंह नां दे मुंडे नूं पुछया कि वीर जी डेयरी फार्म का काम ਵੱਡੇ पੱਧਰ उत्ते शुरू करन लई करजा किहड़े-किहड़े तरीकिਆਂ नाल मिलदा है, ਅਸੀਂ ਉਹ पुछण वास्ते तुहाडे कोल आए हाँ। तो उस दलीप सिंह नां दे मुंडे ने उन्हां नूं सामणे बिठा लिया ते सारी जानकारी दे दित्ती ਅਤੇ ਵੱਖ-ਵੱਖ ਤਰ੍ਹਾਂ ਦੇ ਕਰਜ਼ਿਆਂ ਬਾਰੇ ਦੱਸ ਦਿੱਤਾ ਕਿ ਤੁਸੀਂ ਛੋਟੇ ਪੱਧਰ ਉੱਤੇ ਵੀ ਕਰਜ਼ਾ ਲੈ ਸਕਦੇ ਹੋ। ਜੇਕਰ ਤੁਹਾਡੇ ਕੋਲ ਜ਼ਮੀਨ ਜਾਇਦਾਦ ਚੰਗੀ ਆ ਤਾਂ ਤੁਸੀਂ ਵੱਡੇ ਪੱਧਰ ਉੱਤੇ ਵੀ ਕਰਜ਼ਾ ਲੈ ਸਕਦੇ ਹੋ। ਤਾਂ ਇੱਕ ਪਾਸੇ ਜਾ ਕੇ ਨੂਰ ਅਤੇ ਕਰਮੋ ਨੇ ਆਪਸ ਵਿੱਚ ਸਲਾਹ ਕੀਤੀ ਤੇ ਇੱਕ ਦੂਜੇ ਨੂੰ ਕਹਿਣ ਲੱਗੇ, ਕਰਮੋ ਦੇਖੋ ਜੀ ਸਾਡੇ ਕੋਲ 10-12 ਕਿੱਲੇ ਹਨ ਤੇ ਅਸੀਂ ਪਸ਼ੂਆਂ ਲਈ ਚਾਰਾ ਤੇ ਹੋਰ ਵੀ ਪ੍ਰਬੰਧ ਚੰਗੀ ਤਰ੍ਹਾਂ ਕਰ ਸਕਦੇ ਹਾਂ। ਇਸ ਲਈ ਜੇਕਰ ਅਸੀਂ ਵੱਡੇ ਪੱਧਰ ਉੱਤੇ ਲੋਨ ਲੈ ਵੀ ਲਈਏ ਤਾਂ ਅਸੀਂ ਬਹੁਤ ਵਧੀਆ ਗਊਆਂ ਦਾ ਫਾਰਮ ਚਲਾ ਸਕਦੇ ਹਾਂ। ਉਸ ਤੋਂ ਬਾਅਦ ਕਰਮੋ ਅਤੇ ਨੂਰ ਨੇ ਦਲੀਪ ਸਿੰਘ ਨਾਂ ਦੇ ਮੁੰਡੇ ਨੂੰ ਜਾ ਕੇ ਇਹ ਕਹਿ ਦਿੱਤਾ ਕਿ ਵੀਰ ਜੀ ਸਾਨੂੰ 10 ਗਾਵਾਂ ਤੋਂ ਸ਼ੁਰੂ ਕਰਨਾ ਹੈ, ਕਿਰਪਾ ਤੁਸੀਂ ਸਾਨੂੰ 10 ਗਾਵਾਂ ਵਾਲਾ ਲੋਨ ਕਰਵਾ ਦਿਓ, ਬਾਕੀ ਅਸੀਂ ਹਲੇ ਆਪਣੇ ਘਰ ਤੋਂ ਸ਼ੁਰੂ ਕਰ ਲੈਂਦੇ ਹਾਂ। ਥੋੜ੍ਹੀ ਦੇਰ ਬਾਅਦ ਅਸੀਂ ਖੇਤਾਂ ਵਿੱਚ ਨਵਾਂ ਗਾਵਾਂ ਵਾਸਤੇ ਸ਼ੈੱਡ ਦਾ ਵੀ ਪ੍ਰਬੰਧ ਕਰ ਲਵਾਂਗੇ। ਫਿਰ ਦਲੀਪ ਸਿੰਘ ਨੇ ਕਰਮੋਂ ਦੇ ਨਾਂ 'ਤੇ ਫਾਰਮ ਭਰ ਦਿੱਤਾ ਅਤੇ ਉਹਨਾਂ ਨੂੰ 2 ਹਫ਼ਤੇ ਬਾਅਦ PNB ਬੈਂਕ ਵਿੱਚ ਜਾਣ ਲਈ ਕਿਹਾ, ਜਿੱਥੇ ਉਹ ਐਪਲੀਕੇਸ਼ਨ ਆਪਣੇ ਆਪ ਡੈਰੀ ਫਾਰਮ ਮਹਿਕਮੇ ਵੱਲੋਂ ਪਹੁੰਚਾ ਦਿੱਤੀ ਜਾਵੇਗੀ। ਉਸ ਤੋਂ ਬਾਅਦ ਨੂਰ ਅਤੇ ਕਰਮੋਂ ਆਪਣੇ ਘਰ ਆ ਗਏ ਤੇ ਨੂਰ ਆਪਣਾ ਖੇਤੀਬਾੜੀ ਵਿੱਚ ਰੁੱਝ ਗਿਆ ਤੇ ਦੂਜੇ ਪਾਸੇ ਕਰਮੋਂ ਬੈਂਕ ਵਿੱਚ फ़ोन ਕਰਕੇ ਪਤਾ ਕਰਦੀ ਰਹੀ ਕਿ ਐਪਲੀਕੇਸ਼ਨ आई कि नहीं। तकरीबन 2 हफ्ते बाद एप्लीकेशन आ गई तो उन्होंने बैंक विच बुलाया गया। मैनेजर ने उन्होंने हस्ताक्षर करवा के सारे फार्म भर दिते अते तकरीबन कुछ दिन इंतजार करने वास्ते कहा। तो कुछ दिनों बाद करमों कोल फोन आया तो उसकी पूरी छानबीन करके बैंक ने उन्होंने खाते विच पैसे भेज दिते अते फिर करमों ते नूर ने किसी बहुत वधिया डेयरी फार्म विच जाके ਉੱਥੋਂ ਦੀ ਗਾਵਾਂ ਖਰੀਦ ਕੇ ਆਪਣੇ ਘਰ ਲੈ ਆਏ ਅਤੇ ਹੌਲੀ-ਹੌਲੀ ਕਰਮੋਂ ਦੇ ਘਰ ਕਾਫੀ ਦੁੱਧ ਵਧ ਗਿਆ ਤੇ ਉਹਨਾਂ ਨੇ ਵੱਧ ਤੋਂ ਵੱਧ ਦੁੱਧ ਪਿੰਡ ਵਿੱਚ ਹੋਰ ਵੀ ਵੇਚਣਾ ਸ਼ੁਰੂ ਕਰ ਦਿੱਤਾ ਤੇ ਬਾਕੀ ਬਚਦਾ ਦੁੱਧ ਉਹ ਨੇੜੇ ਦੀ ਡੈਰੀ ਵਿੱਚ ਪਾ ਆਉਂਦੇ ਸੀ। ਇਸ ਤਰ੍ਹਾਂ ਉਹਨਾਂ ਦੇ ਘਰ ਦੀ ਹਾਲਤ ਬਹੁਤ ਵਧੀਆ ਹੋ ਚੁੱਕੀ ਸੀ। ਕਰਮੋਂ ਨੂੰ ਦਵਾਈਆਂ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਚੁੱਕਾ ਸੀ ਕਿ ਕਿਹੜੀ ਦਵਾਈ ਕਦੋਂ ਅਤੇ ਕਿਹੜੀਆਂ ਗਾਂ ਨੂੰ ਦੇਣੀ ਹੈ ਅਤੇ ਤਕਰੀਬਨ ਇਸ ਕੰਮ ਨੂੰ ਕਰਦੇ ਕਰਦੇ ਕਰਮੋਂ ਤੇ ਨੂਰ ਨੂੰ 7 ਮਹੀਨੇ ਦਾ ਸਮਾਂ ਹੋ ਚੁੱਕਿਆ ਸੀ। ਅਚਾਨਕ ਇੱਕ ਦਿਨ ਕਰਮੋਂ ਆਪਣੀ ਸੱਸ ਨਾਲ ਗੱਲਾਂ ਕਰ ਰਹੀ ਸੀ। ਅਚਾਨਕ ਉਸ ਦਾ ਜੀ ਕੱਚਾ ਜਿਹਾ ਹੋਣ ਲੱਗ ਪਿਆ ਤੇ ਉਸ ਦਾ ਉਲਟੀ ਕਰਨ ਦਾ ਮਨ ਹੋ ਗਿਆ ਸੀ ਤੇ ਕਰਮੋਂ ਭੱਜੀ ਬਾਥਰੂਮ ਵੱਲ ਹੋ ਗਈ ਤੇ ਉਸ ਨੂੰ ਉਲਟੀ ਜਿਹੀ ਆਈ ਤੇ ਪਿੱਛੋਂ ਸੱਸ ਮਨ ਹੀ ਮਨ ਅੰਦਰ ਖੁਸ਼ ਹੋ ਰਹੀ ਸੀ। ਜ਼ਰੂਰ ਰੱਬ ਨੇ ਕੋਈ ਨਾ ਕੋਈ ਖੁਸ਼ਖਬਰੀ ਭੇਜ ਦਿੱਤੀ ਆ। ਕਰਮੋਂ वापस आके अपनी सस कोल बैठ गई ते आखन लगी, मम्मी जी पता नहीं उल्टी क्यों आई सी। करमों दी सस आखन लगी, चल कोई ना असी कल नूं डॉक्टर कोल जावांगे ते चैक करवा के आवांगे। ये गल सुन के करमों समझ गई ते अगे कुछ भी ना बोली ते चुप करके अपना काम करन लग पई। फिर करमों ने ये गल अपने पति नूर नूं दसी। फिर नूर भी थोड़ा जिहा मुस्कुरा के चुप जिहा कर गया ते आखन लगा, चल भागवाने कल नूं जाना तो है ही, पता लग जाऊ डॉक्टर कोल जाके। इन्ने दुखों दे विच गुजरदे हुए करमों दे घर एक खुशी दी किरण दिसन लग पई सी, क्योंकि इन्ने दुखों दे विच तां कई बार बंदा अपना हौसला ही छड़ दिंदा है। ਨੂਰ ਕਰਮੋਂ ਨੂੰ आखन लगा, तू भी तां धन है करमों, इन्ने दुखों दे विच गुजरदे हुए इत्थे तक पहुँच गई। अगले दिन नूर
ਕਰਮੋ ਅਤੇ ਉਸਦੀ ਸੱਸ ਇੱਕ ਬਹੁਤ ਵਧੀਆ ਡਾਕਟਰ ਕੋਲ ਪਟਿਆਲੇ ਗਏ ਤੇ ਉਸ ਨੂੰ ਪੁੱਛਿਆ ਕਿ ਅਸੀਂ ਆਪਣੀ ਨੂੰਹ ਨੂੰ ਚੈੱਕ ਕਰਵਾਉਣਾ ਹੈ ਕਿ ਉਹ ਗਰਭਵਤੀ ਹੈ ਕਿ ਨਹੀਂ। ਇੱਕ ਔਰਤ ਡਾਕਟਰ ਨੇ ਚੈੱਕ ਕਰਨ ਤੋਂ ਬਾਅਦ ਉਹਨਾਂ ਨੂੰ ਦੱਸਿਆ ਕਿ ਤੁਹਾਡੇ ਵਾਸਤੇ ਖੁਸ਼ਖਬਰੀ ਦੀ ਗੱਲ ਹੈ ਕਿ ਤੁਹਾਡੀ ਨੂੰਹ ਹੁਣ ਗਰਭਵਤੀ ਹੈ। ਜਦੋਂ ਇਹ ਗੱਲ ਕਰਮੋ ਦੀ ਸੱਸ ਨੇ ਸੁਣੀ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋਈ ਕਿਉਂਕਿ ਉਸ ਨੂੰ ਵੀ ਹਲੇ ਤੱਕ ਪੋਤਾ ਜਾਂ ਪੋਤੀ ਨਸੀਬ ਨਹੀਂ ਹੋਏ ਸਨ। ਕਰਮੋ ਨੂਰ ਵੱਲ ਮੂੰਹ ਕਰਕੇ ਮੁਸਕਰਾ ਰਹੀ ਸੀ ਤੇ ਸੋਚ ਰਹੀ ਸੀ ਕਿ ਜੋ ਵੀ ਹੋਇਆ ਚੰਗਾ ਹੀ ਹੋਇਆ, ਕਿਉਂਕਿ ਕਰਮੋ ਜਦੋਂ ਦੂਜਿਆਂ ਦੇ ਜਵਾਕਾਂ ਵੱਲ ਵੇਖਦੀ ਸੀ ਤਾਂ ਉਸ ਦਾ ਵੀ ਬਹੁਤ ਮਨ ਕਰਦਾ ਸੀ ਕਿ ਮੇਰੇ ਘਰ ਵੀ ਇੱਕ ਜਵਾਕ ਜ਼ਰੂਰ ਆਵੇ। ਉਸ ਤੋਂ ਬਾਅਦ ਕਰਮੋ ਅਤੇ ਨੂਰ ਅਗਲੇ ਦਿਨ ਗੁਰਦੁਆਰਾ ਸਾਹਿਬ ਵਿੱਚ ਗਏ ਅਤੇ ਗ੍ਰੰਥੀ ਸਾਹਿਬ ਤੋਂ ਇੱਕ ਅਰਦਾਸ ਕਰਵਾਈ ਸੁੱਖ ਸ਼ਾਂਤੀ ਦੀ। ਨੂਰ ਨੇ ਆਪਣੀ ਜੇਬ ਵਿੱਚੋਂ ਕੱਢ ਕੇ ਗ੍ਰੰਥੀ ਸਾਹਿਬ ਨੂੰ 200 ਰੁਪਏ ਦਾ ਨੋਟ ਫੜਾ ਦਿੱਤਾ ਤੇ ਆਉਂਦੇ ਹੋਏ ਦੋਵੇਂ ਗੱਲਾਂ ਕਰ ਰਹੇ ਸੀ ਕਿ ਜੇਕਰ ਮੁੰਡਾ ਹੋਇਆ ਤਾਂ ਉਸ ਦਾ ਕੀ ਨਾਂ ਰੱਖਾਂਗੇ ਅਤੇ ਜੇਕਰ ਧੀ ਰਾਣੀ ਆਈ ਤਾਂ ਉਸ ਦਾ ਕੀ ਨਾਂ ਰੱਖਾਂਗੇ। ਅੱਖਾਂ ਵਿੱਚ ਬਹੁਤ ਸੁਪਨੇ ਸਜਾ ਕੇ ਉਹ ਘਰ ਆ ਗਏ ਤੇ ਉਸ ਤੋਂ ਬਾਅਦ ਉਹ ਫਿਰ ਤੋਂ ਆਪਣੇ ਕੰਮਾਂ ਦੇ ਕਾਰੋਬਾਰ ਨੂੰ ਹੋਰ ਵਧਾਉਣ ਲਈ ਸੋਚਣ ਲੱਗ ਪਏ। ਉਹਨਾਂ ਦੇ ਕੋਲ ਗਾਵਾਂ ਦੀਆਂ ਬੱਚੀਆਂ ਬਹੁਤ ਹੋ ਚੁੱਕੀਆਂ ਸਨ, ਇਸ ਲਈ ਉਹ ਸੋਚ ਰਹੇ ਸੀ ਕਿ ਹੁਣ ਖੇਤਾਂ ਵਿੱਚ ਵੱਡੇ ਪੱਧਰ ਉੱਤੇ ਗਾਵਾਂ ਦਾ ਫਾਰਮ ਪਾਉਣਾ ਹੀ ਪਏਗਾ। ਇਸ ਲਈ ਉਹਨਾਂ ਨੇ ਫੈਸਲਾ ਕੀਤਾ ਕਿ ਹੁਣ ਇੱਕ ਛੋਟਾ ਜਿਹਾ ਕਰਜ਼ਾ ਹੋਰ ਲਿਆ ਜਾਵੇ ਜਿਸ ਨਾਲ ਖੇਤਾਂ ਵਿੱਚ ਗਾਵਾਂ ਦਾ ਸ਼ੈੱਡ ਪਾਇਆ ਜਾ ਸਕੇ। ਕਰਮੋ ਨੇ ਆਪਣਾ ਕੰਮ ਵਧਦੇ ਹੋਏ ਵੇਖ ਕੇ ਖੇਤਾਂ ਵਿੱਚ ਵੱਡੇ ਪੱਧਰ ਉੱਤੇ ਗਾਵਾਂ ਲਈ ਸ਼ੈੱਡ ਪਾਉਣ ਦੀ ਪੂਰੀ ਤਿਆਰੀ ਕਰ ਲਈ। ਨੂਰ ਟਰੈਕਟਰ ਅਤੇ ਟਰਾਲੀ ਜੋੜ ਕੇ ਸ਼ਹਿਰ ਚਲਾ ਗਿਆ ਤੇ ਉੱਥੋਂ ਖੇਤਾਂ ਵਿੱਚੋਂ ਗਾਵਾਂ ਲਈ ਸ਼ੈੱਡ ਪਾਉਣ ਵਾਸਤੇ ਸਮਾਨ ਖਰੀਦ ਲਿਆਇਆ। ਬੈਂਕ ਵੱਲੋਂ ਵੀ ਨੂਰ ਨੇ 6 ਲੱਖ ਰੁਪਏ ਦਾ ਹੋਰ ਕਰਜ਼ਾ ਲੈ ਕੇ ਸ਼ੈੱਡ ਪਾਉਣ ਦਾ ਕੰਮ ਸ਼ੁਰੂ ਕਰ ਲਿਆ। ਹੌਲੀ-ਹੌਲੀ ਤਕਰੀਬਨ 1 ਮਹੀਨੇ ਦੇ ਅੰਦਰ ਸਾਰਾ ਸ਼ੈੱਡ ਖੇਤਾਂ ਵਿੱਚ ਖੜਾ ਕਰ ਦਿੱਤਾ ਗਿਆ ਅਤੇ ਸ਼ੈੱਡ ਦੇ ਆਲੇ-ਦੁਆਲੇ ਫੈਂਸ ਲਗਾ ਦਿੱਤੀ ਗਈ ਤਾਂ ਕਿ ਕੋਈ ਵੀ ਗਾਂ ਬਾਹਰ ਨਾ ਜਾ ਸਕੇ ਅਤੇ ਉਹ ਫਾਰਮ ਦੇ ਅੰਦਰ ਰਹੇ। ਬਹੁਤ ਵਧੀਆ ਮਾਹੌਲ ਬਣਾ ਦਿੱਤਾ ਗਿਆ ਖੇਤਾਂ ਵਿੱਚ। ਫਾਰਮ ਦੇ ਆਲੇ-ਦੁਆਲੇ ਵਧੀਆ ਕਿਸਮ ਦੇ ਦਰਖਤ ਲਿਆ ਕੇ ਲਗਾ ਦਿੱਤੇ ਗਏ ਜੋ ਕਿ ਵੱਡੇ ਹੋ ਕੇ ਬਹੁਤ ਵਧੀਆ ਛਾਂ ਕਰ ਸਕਣ। ਦੂਜੇ ਪਾਸੇ ਅਮਰੀਕਾ ਵਿੱਚ ਕਰਨ ਹੁਣ ਬਹੁਤ ਵਧੀਆ ਪੈਸੇ ਕਮਾਉਣ ਲੱਗ ਪਿਆ ਸੀ। ਉਸਨੇ 1 ਮਹੀਨੇ ਦੇ ਤਕਰੀਬਨ 3 ਲੱਖ ਤੋਂ ਲੈ ਕੇ 4 ਲੱਖ ਦੇ ਵਿੱਚ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ। ਉਸਦੀ ਵਿਧਵਾ ਮਾਂ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ। ਉਹ ਗਰੀਬ ਹੋਣ ਕਰਕੇ ਆਪਣੇ ਸ਼ੌਂਕ ਪੂਰੇ ਨਹੀਂ ਕਰ ਪਾਈ ਸੀ। ਕਰਨ ਦਾ ਪਿਓ ਸ਼ਿਰੇ ਦਾ ਸ਼ਰਾਬੀ ਬੰਦਾ ਸੀ, ਇਸ ਕਰਕੇ ਉਸਦੀ ਮਾਂ ਨੂੰ ਉਸਦੀ ਹੀ ਪਹਿਲਾਂ ਫਿਕਰ ਰਹਿੰਦੀ ਸੀ। ਜਦੋਂ ਦਾ ਕਰਨ ਆਪਣੀ ਮਾਂ ਕੋਲ ਪੈਸੇ ਭੇਜਣ ਲੱਗਿਆ ਤਾਂ ਉਸਦੀ ਮਾਂ ਨੇ ਚੰਗੇ ਕੱਪੜੇ ਲਿਆ ਕੇ ਪਾਉਣੇ ਸ਼ੁਰੂ ਕਰ ਦਿੱਤੇ ਅਤੇ ਆਪਣੀਆਂ ਅੱਖਾਂ ਵਿੱਚ ਕਰਨ ਦੇ ਵਿਆਹ ਦੇ ਸੁਪਨੇ ਸਜਾਉਣੇ ਸ਼ੁਰੂ ਕਰ ਦਿੱਤੇ। ਪਰ ਕਰਨ ਦੀ ਮਾਂ ਨੂੰ ਇਹ ਗੱਲ ਚੇਤੇ ਨਹੀਂ ਸੀ ਕਿ ਕਰਨ 8 ਸਾਲ ਅਮਰੀਕਾ ਦੇ ਵਿੱਚ ਪੱਕਾ ਨਹੀਂ ਹੋ ਸਕਦਾ, ਕਿਉਂਕਿ ਉਹ 1 ਨੰਬਰ ਵਿੱਚ ਨਹੀਂ ਬਲਕਿ 2 ਨੰਬਰ ਵਿੱਚ ਅਮਰੀਕਾ ਪਹੁੰਚਿਆ ਹੈ। ਕਰਨ ਦੀ ਨੂਰ ਨਾਲ ਗੱਲ ਹੁੰਦੀ ਰਹਿੰਦੀ ਸੀ। ਕਰਨ ਕਈ ਵਾਰ ਨੂਰ ਨੂੰ ਕਹਿੰਦਾ ਸੀ ਬਈ ਉੱਥੇ ਤਾਂ ਬਹੁਤ ਨਜ਼ਾਰੇ ਨੇ, ਪਰ ਨੂਰ ਕਰਮੋ ਦੀਆਂ ਗੱਲਾਂ ਵਿੱਚ ਪੂਰਾ ਸਹਿਮਤ ਸੀ, ਜਿਸ ਕਰਕੇ ਉਹਨਾਂ ਨੇ ਆਪਣੀ ਚੰਗੀ ਆਮਦਨੀ ਦੇ ਲਈ ਆਪਣੇ ਖੇਤਾਂ ਵਿੱਚ ਇੱਕ ਗਾਵਾਂ ਦਾ ਬਹੁਤ ਵੱਡਾ ਫਾਰਮ ਪਾ ਲਿਆ ਸੀ। ਫਿਰ ਨੂਰ ਅਤੇ ਕਰਮੋ ਨੇ ਗਾਵਾਂ ਦੀ ਖੁਰਾਕ ਲਈ ਮੱਕੀ ਦਾ ਅਚਾਰ ਪਾਉਣਾ ਸ਼ੁਰੂ ਕੀਤਾ ਅਤੇ ਆਂਢ ਗੁਆਂਢ ਵਿੱਚੋਂ 3-4 ਟਰੈਕਟਰ ਮੰਗਵਾ ਲਏ ਅਤੇ ਗਾਵਾਂ ਵਾਸਤੇ ਮੱਕੀ ਦਾ ਅਚਾਰ ਪਾਉਣ ਦੇ ਲਈ ਵੱਡੇ 3 ਟੋਏ ਪੁੱਟ ਦਿੱਤੇ ਅਤੇ ਖੇਤਾਂ ਵਿੱਚੋਂ ਮੱਕੀ ਨੂੰ ਵੱਢਣ ਵਾਲੀ ਮਸ਼ੀਨ ਦੇ ਰਾਹੀਂ ਮੱਕੀ ਨੂੰ ਵੱਢ ਕੇ ਟਰਾਲੀਆਂ ਵਿੱਚ ਸੁੱਟ ਦਿੱਤਾ ਗਿਆ ਅਤੇ ਬਾਅਦ ਵਿੱਚ ਸਾਰੀ ਮੱਕੀ ਨੂੰ ਉਹਨਾਂ 3 ਟੋਇਆਂ ਵਿੱਚ ਸੁੱਟ ਕੇ ਉੱਪਰ ਟਰੈਕਟਰਾਂ ਦੇ ਨਾਲ ਦਾਅ ਦੇ ਦਿੱਤੀ ਗਈ ਅਤੇ ਉਸ ਦੇ ਉੱਪਰ ਪੋਲੀਥੀਨ ਵਿਛਾ ਕੇ ਮਿੱਟੀ ਨਾਲ ਲਿਪ ਦਿੱਤਾ ਗਿਆ, ਜਿਸ ਨਾਲ ਬਹੁਤ ਵਧੀਆ ਤਰੀਕੇ ਨਾਲ ਮੱਕੀ ਦੇ ਅਚਾਰ ਪਾਉਣ ਦੀ ਵਿਧੀ ਨੂੰ ਅਪਣਾਇਆ ਗਿਆ ਕਰਮੋ ਦੇ ਦੁਆਰਾ। ਤਕਰੀਬਨ 40 ਦਿਨਾਂ ਤੋਂ ਬਾਅਦ ਇਹ 3 ਬਿੱਟਾਂ ਵਿੱਚੋਂ ਇੱਕ ਬਿੱਟ ਨੂੰ ਖੋਲ੍ਹ ਲਿਆ ਗਿਆ ਅਤੇ ਜਦੋਂ ਵੇਖਿਆ ਗਿਆ ਤਾਂ ਮੱਕੀ ਦਾ ਅਚਾਰ ਬਿਲਕੁਲ ਤਿਆਰ ਸੀ। ਜਦੋਂ ਕੰਮ ਵੱਧਦਾ ਗਿਆ ਤਾਂ ਕਰਮੋ ਨੇ ਨੂਰ ਨੂੰ ਕਿਹਾ ਕਿ ਤੁਸੀਂ ਆਪਣੇ ਪਿੰਡ ਵਿੱਚੋਂ ਇੱਕ ਨੌਕਰ ਰੱਖ ਲਓ, ਕਿਉਂਕਿ ਮੈਨੂੰ ਤੁਹਾਡੇ ਉੱਤੇ ਤਰਸ ਆਉਂਦਾ ਹੈ।
ਤੁਸੀਂ ਸਾਰਾ ਦਿਨ ਇਕੱਲੇ ਹੀ ਗਾਵਾਂ ਵਿੱਚ ਲੰਘੇ ਰਹਿੰਦੇ ਹੋ ਅਤੇ ਮੈਂ ਘਰ ਦਾ ਕੰਮ ਵੀ ਵੇਖਣਾ ਹੁੰਦਾ ਹੈ। ਇਸ ਕਰਕੇ ਮੈਂ ਤੁਹਾਡੇ ਨਾਲ ਇਸ ਕੰਮ ਵਿੱਚ ਜ਼ਿਆਦਾ ਹੱਥ ਨਹੀਂ ਵਟਾ ਸਕਦੀ ਅਤੇ ਅੱਗੇ ਇਹ ਕੰਮ ਬਹੁਤ ਵਧਣਾ ਹੈ, ਇਸ ਲਈ ਤੁਸੀਂ ਇਕੱਲੇ ਇਸ ਕੰਮ ਨੂੰ ਨਹੀਂ ਸੰਭਾਲ ਸਕਦੇ। ਜਦੋਂ ਕਰਮੋ ਦੀ ਇਹ ਗੱਲ ਨੂਰ ਨੇ ਸੁਣੀ ਤਾਂ ਉਹ ਮੋਟਰਸਾਈਕਲ ਲੈ ਕੇ ਪਿੰਡ ਵਿੱਚ ਗਿਆ ਤਾਂ ਇੱਕ ਸਾਧੂ ਨਾਮ ਦੇ ਬੰਦੇ ਨਾਲ ਜਾ ਕੇ ਗੱਲ ਕੀਤੀ, ਜੋ ਕਦੇ-ਕਦੇ ਦਿਹਾੜੀ ਉੱਤੇ ਚਲਿਆ ਜਾਂਦਾ ਸੀ। ਉਸ ਨੂੰ ਸਾਰੀ ਗੱਲ ਸਮਝਾ ਦਿੱਤੀ ਅਤੇ ਉਹ 2 ਦਿਨਾਂ ਬਾਅਦ ਨੂਰ ਕੋਲ ਆ ਕੇ ਕੰਮ ਕਰਨ ਲਈ ਮੰਨ ਗਿਆ। ਹੁਣ ਕਰਮੋ ਤੇ ਨੂਰ ਦੇ ਫਾਰਮ ਵਿੱਚ ਤਕਰੀਬਨ ਕੁੱਲ 30 ਗਾਵਾਂ ਹੋ ਚੁੱਕੀਆਂ ਸਨ, ਜਿਸ ਨੂੰ ਸੰਭਾਲਣਾ ਇਕੱਲੇ ਬੰਦੇ ਦੇ ਵੱਸ ਦੀ ਗੱਲ ਨਹੀਂ ਸੀ। ਇਸ ਕਰਕੇ ਕਰਮੋ ਨੂਰ ਦੇ ਨਾਲ ਕੰਮ ਕਰਵਾਉਂਦੀ ਰਹਿੰਦੀ ਸੀ, ਜਿਵੇਂ ਧਾਰਾਂ ਚੋਣ ਦੇ ਲਈ ਮਸ਼ੀਨ, ਥਣਾਂ ਨੂੰ ਸਾਫ਼ ਕਰਕੇ ਲਗਾ ਦੇਣੀ। ਇਹ ਕੰਮ ਖੁਦ ਕਰਮੋ ਕਰਦੀ ਸੀ। ਉਧਰ ਕਰਮੋ ਦੀ ਕੁੱਖ ਵਿੱਚ ਇੱਕ ਬੱਚਾ ਵੀ ਪਲ ਰਿਹਾ ਸੀ, ਜਿਸ ਉੱਤੇ ਕਰਮੋ ਬਹੁਤ ਘੱਟ ਧਿਆਨ ਦਿੰਦੀ ਸੀ। ਉਹ ਆਪਣੇ ਪਤੀ ਦੇ ਨਾਲ ਕੰਮ ਕਰਵਾਉਣ ਵਿੱਚ ਬਹੁਤ ਜ਼ਿਆਦਾ ਮਸ਼ਰੂਫ ਰਹਿਣ ਲੱਗ ਪਈ ਸੀ, ਜਿਸ ਕਰਕੇ ਨੂਰ ਕਈ ਵਾਰ ਉਸ ਨੂੰ ਹਟਾਉਂਦਾ ਸੀ, ਪਰ ਉਹ ਫਿਰ ਦੁਬਾਰਾ ਕੰਮ 'ਤੇ ਆ ਜਾਂਦੀ ਸੀ। ਇਸ ਤਰ੍ਹਾਂ ਕਰਦੇ ਕਈ ਮਹੀਨੇ ਗੁਜ਼ਰ ਗਏ। ਉਹ ਅਤੇ ਉਹਨਾਂ ਦਾ ਨੌਕਰ ਲਗਾਤਾਰ ਫਾਰਮ ਵਿੱਚ ਕੰਮ ਕਰਦੇ ਰਹੇ, ਜਿਸ ਕਰਕੇ ਉਹਨਾਂ ਕੋਲ ਹੁਣ 40 ਗਾਵਾਂ ਹੋ ਗਈਆਂ ਸਨ ਅਤੇ ਬਹੁਤ ਜ਼ਿਆਦਾ ਦੁੱਧ ਉਹ ਪਾਉਣ ਲੱਗ ਪਈ ਸੀ। ਕੁਝ ਦੁੱਧ ਇਹਨਾਂ ਦਾ ਪਿੰਡਾਂ ਵਿੱਚ ਵਿਕ ਜਾਂਦਾ ਸੀ ਅਤੇ ਬਚਿਆ ਹੋਇਆ ਦੁੱਧ ਉਹ ਸਾਰੇ ਦਾ ਸਾਰਾ ਡਾਇਰੀ ਵਿੱਚ ਪਾਉਂਦੇ ਸੀ। ਹੁਣ ਕਰਮੋ ਨੂੰ 9ਵਾਂ ਮਹੀਨਾ ਚੱਲ ਰਿਹਾ ਸੀ। ਇੱਕ ਦਿਨ ਕਰਮੋ ਆਪਣੇ ਘਰ ਦੇ ਬਾਹਰ ਵਾਲੀ ਮਿੱਟੀ ਦੀ ਬਣਾਈ ਹੋਈ ਰਸੋਈ ਦੇ ਨੇੜੇ ਬੈਠੀ ਹੋਈ ਭਾਂਡੇ ਮਾਂਜ ਰਹੀ ਸੀ ਕਿ ਅਚਾਨਕ ਕਰਮੋ ਦੇ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਅਤੇ ਕਰਮੋ ਨੇ ਆਪਣੀ ਸੱਸ ਨੂੰ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾ ਲਿਆ ਤੇ ਕਰਮੋ ਦੀ ਸੱਸ ਨੇ ਨੂਰ ਨੂੰ ਫਾਰਮ ਵਿੱਚ ਕੰਮ ਕਰਦੇ ਹੋਏ ਜਲਦੀ ਤੋਂ ਜਲਦੀ ਘਰ ਆਉਣ ਲਈ ਕਿਹਾ। ਨੂਰ ਬਿਨਾਂ ਦੇਰੀ ਕਰਦੇ ਹੋਏ ਸਿੱਧਾ ਘਰ ਪਹੁੰਚ ਗਿਆ ਅਤੇ ਕਰਮੋ ਨੂੰ ਨੂਰ ਨੇ ਗੱਡੀ ਵਿੱਚ ਬਿਠਾ ਕੇ ਸਿੱਧਾ ਹੀ ਪਟਿਆਲੇ ਸ਼ਹਿਰ ਦੇ ਇੱਕ ਬਹੁਤ ਵਧੀਆ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਅਤੇ ਉੱਥੇ ਕੁਝ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਨੂਰ ਅਤੇ ਉਸ ਦੀ ਮਾਂ ਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਮਿਲੀ, ਕਿਉਂਕਿ ਡਾਕਟਰ ਨੇ ਉਹਨਾਂ ਨੂੰ ਆ ਕੇ ਦੱਸਿਆ ਕਿ ਤੁਹਾਡੇ ਘਰ ਵਿੱਚ। ਡਾਕਟਰ ਨੇ ਬਾਹਰ ਖੜੇ ਨੂਰ ਅਤੇ ਉਸ ਦੀ ਸੱਸ ਨੂੰ ਅਚਾਨਕ ਹੀ ਆ ਕੇ ਦੱਸਿਆ ਕਿ ਉਹਨਾਂ ਦੇ ਘਰ ਵਿੱਚ ਧੀ ਰਾਣੀ ਨੇ ਜਨਮ ਲਿਆ। ਇਹ ਗੱਲ ਸੁਣ ਕੇ ਨੂਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਤੇ ਉਸਨੇ ਆਪਣੀ ਮਾਂ ਵੱਲ ਵੇਖਦੇ ਹੋਏ ਆਪਣੀ ਮਾਂ ਨੂੰ ਆਪਣੇ ਗਲ ਨਾਲ ਘੁੱਟ ਕੇ ਲਗਾ ਲਿਆ ਤੇ ਆਪਣੀ ਮਾਂ ਨੂੰ ਬਹੁਤ ਹੀ ਖੁਸ਼ੀ ਵਿੱਚ ਬੋਲਿਆ ਕਿ ਮਾਂ ਤੂੰ ਦਾਦੀ ਬਣ ਗਈ ਆਂ। ਨੂਰ ਦੀ ਮਾਂ ਨੇ ਵੀ ਨੂਰ ਨੂੰ ਘੁੱਟ ਕੇ ਜੱਫੀ ਪਾ ਕੇ ਵਧਾਈਆਂ ਦਿੱਤੀਆਂ। ਇੰਜ ਲੱਗ ਰਿਹਾ ਸੀ ਕਿ ਨੂਰ ਨੂੰ ਜਿਵੇਂ ਕਿਸੇ ਦੇ ਘਰ ਮੁੰਡਾ ਜੰਮ ਪਵੇ, ਇਸ ਤਰ੍ਹਾਂ ਦੀ ਹੀ ਖੁਸ਼ੀ ਹੋ ਰਹੀ ਸੀ, ਕਿਉਂਕਿ ਉਹਨਾਂ ਦੋਵਾਂ ਨੇ ਪਹਿਲਾਂ ਹੀ ਸੋਚਿਆ ਹੋਇਆ ਸੀ, ਭਾਵੇਂ ਮੁੰਡਾ ਜੰਮੇ ਭਾਵੇਂ ਧੀ ਜੰਮੇ, ਪੁੱਤ ਦੋਹਾਂ ਨੂੰ ਹੀ ਬਹੁਤ ਜ਼ਿਆਦਾ ਸਤਿਕਾਰ ਦੇਣਾ ਹੈ। ਇਸ ਸੋਚ ਦੇ ਪਿੱਛੇ ਬਹੁਤ ਵੱਡਾ ਹੱਥ ਕਰਮੋ ਦੀ ਸੋਚ ਦਾ ਸੀ। ਜਿਵੇਂ ਲੋਕੀ ਮੁੰਡਾ ਜੰਮੇ ਤੇ ਆਪਣੇ ਦਰਵਾਜ਼ਿਆਂ ਦੇ ਉੱਪਰ ਨਿੰਮ ਦੇ ਪੱਤੇ ਟੰਗ ਲੈਂਦੇ ਹਨ, ਨੂਰ ਨੂੰ ਇੰਨੀ ਖੁਸ਼ੀ ਚੜ੍ਹੀ ਕਿ ਉਸਨੇ ਆਪਣੀ ਧੀ ਜੰਮੀ ਤੋਂ ਹੀ ਆਪਣੇ ਦਰਵਾਜ਼ਿਆਂ ਦੇ ਅੱਗੇ ਨਿੰਮ ਦੇ ਪੱਤੇ ਟੰਗ ਦਿੱਤੇ। ਲੋਕ ਇਹ ਵੇਖ ਕੇ ਹੱਸ ਵੀ ਰਹੇ ਸੀ ਅਤੇ ਹੈਰਾਨ ਵੀ ਹੋ ਰਹੇ ਸੀ, ਪਰ ਨੂਰ ਨੇ ਕਿਸੇ ਦੀ ਵੀ ਪਰਵਾਹ ਨਹੀਂ ਕੀਤੀ, ਚਾਹੇ ਲੋਕ ਜੋ ਮਰਜ਼ੀ ਕਹਿੰਦੇ ਰਹਿਣ। ਸਾਰੇ ਆਂਢ ਗੁਆਂਢ ਵਿੱਚ ਲੱਡੂਆਂ ਦੇ ਡੱਬੇ ਪਹੁੰਚਾ ਦਿੱਤੇ ਗਏ। ਨੂਰ ਇੱਕ ਮਿਸਾਲ ਕਾਇਮ ਕਰਨਾ ਜਾ ਰਿਹਾ ਸੀ, ਜਿਹੜੀ ਕਿ ਉਸ ਪਿੰਡ ਵਿੱਚ ਕਿਸੇ ਵੀ ਖੱਬੀ ਖਾਨ ਦੇ ਦੁਆਰਾ ਨਹੀਂ ਕੀਤੀ ਗਈ ਸੀ। ਨੂਰ ਦੇ ਪਿੰਡ ਵਿੱਚ ਅਜਿਹੇ ਬੰਦੇ ਵੀ ਰਹਿੰਦੇ ਸਨ ਜਿਨ੍ਹਾਂ ਕੋਲ ਅੱਤ ਦਰਜੇ ਦਾ ਪੈਸਾ ਸੀ, ਪਰ ਜਦੋਂ ਉਹਨਾਂ ਦੇ ਘਰ ਧੀਆਂ ਜੰਮਦੀਆਂ ਸਨ, ਉਹਨਾਂ ਦੇ ਮੂੰਹ ਬੁਝੇ ਹੋਏ ਦੀਵੇ ਵਾਂਗ ਮੁਰਝਾਏ ਹੁੰਦੇ ਸੀ। ਪਿੰਡ ਦੇ ਲਾਗੀਆਂ ਨੂੰ ਉਹ ਸੁੰਘ ਕੇ ਪੈਸੇ ਦਿੰਦੇ ਸੀ। ਕਰਮੋ ਦੇ ਘਰ ਵਿੱਚ ਇੱਕ ਵਿਚਾਰੀ ਗਰੀਬ ਜਿਹੀ ਬੁੱਧਨੀ ਨਾਂ ਦੀ ਔਰਤ ਕੰਮ ਕਰਨ ਦੇ ਲਈ ਕਦੇ-ਕਦੇ ਆ ਜਾਂਦੀ ਸੀ। ਉਸ ਔਰਤ ਨੂੰ ਕਰਮੋ ਦੀ ਸੱਸ ਨੇ ਇੱਕ ਵੱਡਾ ਲਿਫਾਫਾ ਕੱਪੜਿਆਂ ਦਾ ਭਰ ਕੇ ਅਤੇ 1000 ਰੁਪਏ ਖੁਸ਼ੀ ਦਾ ਦੇ ਕੇ ਘਰ ਨੂੰ ਤੋਰਿਆ ਅਤੇ ਉਹ ਬੁੱਧਨੀ ਖੁਸ਼ੀ ਸਾਰਾ ਸਮਾਨ ਲੈ ਕੇ ਪਿੰਡ ਵਿੱਚ ਨੂੰ ਲੰਘ ਰਹੀ ਸੀ ਅਤੇ ਪਿੰਡ ਦੇ ਬਜ਼ੁਰਗ ਸੱਥ ਵਿੱਚ ਬੈਠੇ ਸੀ। ਉਹ ਸਾਰੇ ਦੇ ਸਾਰੇ ਅੱਖਾਂ ਪਾੜ ਕੇ ਉਸ ਨੂੰ ਵੇਖ ਰਹੀ ਸੀ ਅਤੇ ਬੁੱਧਨੀ ਆਪਣੇ ਮੂੰਹ ਵਿੱਚ ਤੁਰ ਫਿੱਟੇ ਮੂੰਹ ਉਹਨਾਂ ਸਾਰੇ ਲੋਕਾਂ ਨੂੰ ਕਹਿ ਰਹੀ ਸੀ, ਜਿਹੜੇ ਉਸ ਨੂੰ ਮੁੰਡਾ ਜਾਂ ਕੁੜੀ ਹੋਣ 'ਤੇ ਕੱਖ ਵੀ ਨਹੀਂ ਦਿੰਦੇ, ਕਿਉਂਕਿ ਨੂਰ ਦਾ ਪਿੰਡ ਕਾਫੀ ਅਮੀਰ ਲੋਕਾਂ ਦਾ ਪਿੰਡ ਸੀ,
ਦੂਜੇ ਪਾਸੇ ਨੂਰ ਦਾ ਡੈਰੀ ਫਾਰਮ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ। ਘਰ ਵਿੱਚ ਦੁੱਧ ਦੀ ਕੋਈ ਕਮੀ ਨਹੀਂ ਰਹਿ ਗਈ ਸੀ। ਕਰਮੋਂ ਕਈ ਵਾਰ ਕੋਈ ਗਰੀਬੜਾ ਜਿਹਾ ਬੰਦਾ ਪਿੰਡ ਵਿੱਚੋਂ ਦੁੱਧ ਲੈਣ ਵਾਸਤੇ ਆ ਜਾਂਦਾ ਤਾਂ ਉਸ ਨੂੰ ਬਿਨਾਂ ਪੈਸੇ ਲਏ ਦੁੱਧ ਦਿਆ ਕਰਦੀ। ਕਰਮੋਂ ਦੀ ਸਾਰੇ ਪਿੰਡ ਵਿੱਚ ਬੱਲੇ ਬੱਲੇ ਹੋ ਰਹੀ ਸੀ, ਕਿਉਂਕਿ ਗਾਵਾਂ ਦੇ ਫਾਰਮ ਦੇ ਨਾਲ ਹੁਣ ਕਰਮੋਂ ਦੀ ਆਮਦਨੀ ਬਹੁਤ ਜ਼ਿਆਦਾ ਹੋ ਚੁੱਕੀ ਸੀ। ਸਵੇਰੇ ਅਤੇ ਸ਼ਾਮ ਨੂੰ ਕੁੱਲ ਮਿਲਾ ਕੇ 6 ਕੁਆਂਟਲ ਦੁੱਧ ਹੋਣ ਲੱਗ ਪਿਆ। 3 ਕੁਆਂਟਲ ਸਵੇਰੇ ਹੋ ਜਾਂਦਾ ਸੀ ਅਤੇ 3 ਕੁਆਂਟਲ ਸ਼ਾਮ ਨੂੰ ਹੋ ਜਾਂਦਾ ਸੀ। ਕਰਮੋਂ ਨੇ ਇੱਕ ਦਿਨ ਘਰ ਬੈਠੇ ਬੈਠੇ ਨੂਰ ਨਾਲ ਸਲਾਹ ਕੀਤੀ ਕਿ ਜੀ ਗੱਲ ਸੁਣੋ ਜੀ, ਜੇਕਰ ਅਸੀਂ ਆਪਣੇ ਬਚੇ ਹੋਏ ਪੈਸੇ ਨੂੰ ਕਿਸੇ ਚੰਗੀ ਥਾਂ ਉੱਤੇ ਲਾ ਦਈਏ ਤਾਂ ਸਾਡਾ ਪੈਸਾ ਸੁਰੱਖਿਅਤ ਰਹੇਗਾ, ਕਿਉਂਕਿ ਸਾਡੀ ਆਮਦਨੀ ਹੁਣ ਚੰਗੀ ਆਉਣ ਲੱਗ ਪਈ ਆ। ਤਾਂ ਨੂਰ ਨੇ ਕਿਹਾ, ਜਿਵੇਂ ਤੈਨੂੰ ਠੀਕ ਲੱਗੇ ਕਰਮੋਂ, ਤੂੰ ਉਸੇ ਤਰ੍ਹਾਂ ਕਰ ਸਕਦੀ ਆ। ਮੈਨੂੰ ਤੇਰੇ ਉੱਤੇ ਪੂਰਾ ਵਿਸ਼ਵਾਸ ਆ, ਤੂੰ ਜੋ ਵੀ ਫੈਸਲਾ ਲਵੇਂਗੀ ਉਹ ਬਹੁਤ ਸਹੀ ਹੋਵੇਗਾ। ਤਾਂ ਕਰਮੋਂ ਨੇ ਜਿੰਨੇ ਵੀ ਪੈਸੇ ਉਸ ਕੋਲ ਆਉਂਦੇ ਸੀ ਉਸਨੇ ਉਹਨਾਂ ਪੈਸਿਆਂ ਦਾ ਸੋਨਾ ਬਣਾ ਕੇ ਸੰਭਾਲਣਾ ਸ਼ੁਰੂ ਕਰ ਦਿੱਤਾ, ਕਿਉਂਕਿ ਇੱਕ ਸਿਆਣੀ ਔਰਤ ਦੀ ਚੰਗੀ ਆਮਦਨੀ ਨੂੰ ਸੰਭਾਲ ਕੇ ਰੱਖ ਸਕਦੀ ਆ। ਨਹੀਂ ਤਾਂ ਬਹੁਤੇ ਘਰ ਉੱਜੜ ਜਾਂਦੇ ਹਨ, ਸ਼ਰਾਬਾਂ ਪੀ ਪੀ ਕੇ ਤੇ ਫਾਲਤੂ ਦੀਆਂ ਫੁਕਰੀਆਂ ਮਾਰ ਮਾਰ ਕੇ। ਹੁਣ ਬਸ ਮਸਾਂ ਹੀ ਕਰਮੋਂ ਦੀ ਜ਼ਿੰਦਗੀ ਵਿੱਚ ਸੁੱਖ ਆਉਣੇ ਸ਼ੁਰੂ ਹੋਏ ਸੀ। ਹੁਣ ਤਾਂ ਉਹ ਪਹਿਲਾਂ ਦੀ ਜ਼ਿੰਦਗੀ ਤਾਂ ਨਰਕਾਂ ਤੋਂ ਵੀ ਵੱਧ ਭਿਆਨਕ ਸੀ। ਕਰਮੋਂ ਸਵੇਰੇ ਸਵੇਰੇ ਉੱਠ ਕੇ ਗੁਰੂ ਘਰ ਜਾਂਦੀ, ਕਥਾ ਅਤੇ ਕੀਰਤਨ ਪਿਆਰ ਦੇ ਨਾਲ ਸੁਣਦੀ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਪਿੰਡ ਦੀਆਂ ਬਜ਼ੁਰਗ ਔਰਤਾਂ ਦੇ ਨਾਲ ਥੋੜ੍ਹੀ ਬਹੁਤੀ ਗੱਲਬਾਤ ਕਰਕੇ ਘਰ ਮੁੜ ਆਉਂਦੀ। ਸਾਰਾ ਪਿੰਡ ਕਰਮੋਂ ਦੀ ਵਾਹ-ਵਾਹ ਕਰ ਰਿਹਾ ਸੀ, ਕਿਉਂਕਿ ਕਰਮੋਂ ਨੇ ਆਪਣੇ ਘਰ ਨੂੰ ਬਹੁਤ ਹੀ ਸਹੀ ਤਰੀਕੇ ਨਾਲ ਸੰਭਾਲ ਲਿਆ ਸੀ। ਕਰਮੋਂ ਵਿਚਾਰੀ ਗੁਰਦੁਆਰਾ ਸਾਹਿਬ ਤੋਂ ਆ ਕੇ ਨੂਰ ਨੂੰ ਹਰ ਰੋਜ਼ ਦੀ ਤਰ੍ਹਾਂ ਸੌਂਦੇ ਨੂੰ ਉਠਾਉਂਦੀ ਤੇ ਗਾਵਾਂ ਦੇ ਫਾਰਮ ਵਿੱਚ ਭੇਜ ਦਿੰਦੀ। ਉੱਥੇ ਪਹਿਲਾਂ ਹੀ ਉਹਨਾਂ ਦਾ ਨੌਕਰ ਹੁੰਦਾ ਜੋ ਕਿ ਗਾਵਾਂ ਦੀਆਂ ਧਾਰਾਂ ਕੱਢਦਾ ਹੁੰਦਾ। ਨੂਰ ਜਾ ਕੇ ਉਸ ਦੇ ਨਾਲ ਕੰਮ ਕਰਵਾਉਣ ਲੱਗ ਪੈਂਦਾ ਤੇ ਕੁਝ ਦੇਰ ਬਾਅਦ ਕਰਮੋਂ ਵੀ ਚਾਹ ਲੈ ਕੇ ਫਾਰਮ ਵਿੱਚ ਪਹੁੰਚ ਜਾਂਦੀ। ਕੰਮ ਕਾਰ ਨਿਬੇੜ ਕੇ ਕਰਮੋਂ ਤੇ ਨੂਰ ਇੱਕ ਪਾਸੇ ਬੈਠ ਕੇ ਆਰਾਮ ਦੇ ਨਾਲ ਚਾਹ ਪੀਂਦੇ। ਉਸ ਤੋਂ ਬਾਅਦ ਪਿੰਡ ਵਿੱਚੋਂ ਕੁਝ ਲੋਕ ਦੁੱਧ ਲੈਣ ਦੇ ਲਈ ਫਾਰਮ ਵਿੱਚ ਹੀ ਆ ਜਾਂਦੇ ਤੇ ਉਹਨਾਂ ਲੋਕਾਂ ਨੂੰ ਦੁੱਧ ਪਾਉਣ ਤੋਂ ਬਾਅਦ ਨੂਰ ਡਾਇਰੀ ਵਿੱਚ ਬਚਿਆ ਹੋਇਆ ਸਾਰਾ ਦੁੱਧ ਪਾ ਆਉਂਦਾ। ਜ਼ਿੰਦਗੀ ਬੜੀ ਖੁਸ਼ਹਾਲ ਲੱਗ ਰਹੀ ਸੀ। ਕਰਮੋਂ ਨੂੰ ਸੁੱਖ ਦਾ ਸਾਹ ਮਿਲ ਰਿਹਾ ਸੀ। ਉਹ ਵਿਚਾਰੀ ਦਿਨ ਵਿੱਚ ਆਪਣੀ ਧੀ ਨੂੰ ਸੰਭਾਲਦੀ। ਕਰਮੋਂ ਅਤੇ ਨੂਰ ਨੇ ਆਪਣੀ ਧੀ ਦਾ ਨਾਂ ਇਬਾਦਤ ਕੌਰ ਰੱਖ ਦਿੱਤਾ। ਇਹ ਅਜਿਹਾ ਨਾਂ ਸੀ ਜਿਹੜਾ ਕਿ ਉਸ ਪਿੰਡ ਵਿੱਚ ਹੀ ਨਹੀਂ ਬਲਕਿ ਆਸ-ਪਾਸ ਦੇ ਇਲਾਕੇ ਵਿੱਚ ਵੀ ਕਿਸੇ ਦੀ ਧੀ ਦਾ ਨਹੀਂ ਰੱਖਿਆ ਗਿਆ ਸੀ। ਜਦੋਂ ਨੂਰ ਅਤੇ ਕਰਮੋਂ ਦੀ ਸੱਸ ਛੋਟੀ ਜਿਹੀ ਬੱਚੀ ਨੂੰ ਇਬਾਦਤ ਕਹਿ ਕੇ ਬੁਲਾਉਂਦੇ ਤਾਂ ਆਪਣੇ ਆਪ ਵਿੱਚ ਹੀ ਬਹੁਤ ਪਿਆਰਾ ਅਨੁਭਵ ਹੁੰਦਾ ਸੀ। ਇੰਜ ਲੱਗਦਾ ਸੀ ਕਿ ਉਹ ਸੱਚਮੁੱਚ ਹੀ ਕਿਸੇ ਰੱਬ ਨੂੰ ਆਵਾਜ਼ਾਂ ਮਾਰ ਰਹੇ ਹੋਣ। ਇਬਾਦਤ ਕਦੇ-ਕਦੇ ਕਰਮੋਂ ਦੀ ਗੋਦੀ ਵਿੱਚ ਬੈਠ ਕੇ ਉੱਥੇ ਹੀ ਪਿਸ਼ਾਬ ਕਰ ਦਿਆ ਕਰਦੀ ਸੀ ਤਾਂ ਕਰਮੋਂ ਨੂੰ ਬਿਲਕੁਲ ਵੀ ਮਾੜਾ ਨਹੀਂ ਲੱਗਦਾ ਸੀ। ਹਾਂ, ਬੜੇ ਪਿਆਰ ਦੇ ਨਾਲ ਇਬਾਦਤ ਦੇ ਕੱਪੜੇ ਬਦਲ ਦਿੰਦੀ ਸੀ। ਕਈ ਵਾਰ ਤਾਂ ਕਰਮੋਂ ਆਪਣੇ ਕੱਪੜੇ ਵੀ ਬਦਲਣਾ ਭੁੱਲ ਜਾਂਦੀ ਸੀ, ਕਿਉਂਕਿ ਘਰ ਦੇ ਕੰਮ-ਕਾਰ ਤੇ ਆਪਣੀ ਧੀ ਨੂੰ ਸੰਭਾਲਣਾ ਉਸ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣ ਗਈ ਸੀ। ਇਬਾਦਤ ਦੀ ਬਹੁਤ ਪਿਆਰੀ ਬੱਚੀ ਸੀ। ਆਂਢ-ਗੁਆਂਢ ਦੀਆਂ ਵੱਡੀਆਂ ਤੇ ਛੋਟੀਆਂ ਕੁੜੀਆਂ ਉਸ ਬੱਚੀ ਨੂੰ ਖਿਡਾਉਣ ਵਾਸਤੇ ਕਰਮੋਂ ਦੇ ਵਿਹੜੇ ਵਿੱਚ ਆ ਜਾਇਆ ਕਰਦੀਆਂ ਸਨ। ਸਵੇਰੇ ਅਤੇ ਸ਼ਾਮ ਕਰਮੋਂ ਦੇ ਘਰ ਵਿੱਚ ਮਹਿਫਲ ਲੱਗੀ ਰਹਿੰਦੀ ਸੀ। ਕਰਮੋਂ ਉਹਨਾਂ ਸਾਰੀਆਂ ਕੁੜੀਆਂ ਨੂੰ ਦੁੱਧ ਪਿਆ ਦਿਆ ਕਰਦੀ ਸੀ, ਕਿਉਂਕਿ ਕਰਮੋਂ ਦੇ ਘਰ ਵਿੱਚ ਹੁਣ ਦੁੱਧ ਦੀ ਕੋਈ ਕਮੀ ਨਹੀਂ ਰਹਿ ਗਈ ਸੀ। ਇੱਕ ਦਿਨ ਕਰਮੋਂ ਆਪਣੇ ਵਿਹੜੇ ਵਿੱਚ ਬੈਠੀ ਸੀ ਤਾਂ ਸਾਹਮਣਿਓਂ ਦਰਵਾਜ਼ਾ ਖੜਕੜਾਉਣ ਦੀ ਆਵਾਜ਼ ਆਈ। ਜਦੋਂ ਦਰਵਾਜ਼ਾ ਖੁੱਲ੍ਹਿਆ ਤਾਂ ਕਰਮੋਂ ਦਾ ਭਰਾ ਤੇ ਉਸ ਦਾ ਪਿਓ ਤੇ ਭਰਾ ਦੇ ਹੋਰ ਵੀ ਦੋਸਤ ਕਰਮੋਂ ਦੀ ਧੀ ਨੂੰ ਵੇਖਣ ਲਈ ਘਰ ਵਿੱਚ ਆ ਵੜੇ। ਜਦੋਂ ਕਰਮੋਂ ਨੇ ਆਪਣੇ ਭਰਾ, ਪਿਓ ਤੇ ਉਸਦੇ ਦੋਸਤਾਂ ਨੂੰ ਵੇਖਿਆ ਤਾਂ ਉਸਦੀ ਖੁਸ਼ੀ ਦੀ ਹੱਦ ਨਾ ਰਹੀ। ਕਰਮੋਂ ਦੀ ਗੋਦੀ ਵਿੱਚ ਉਸਦੀ ਧੀ ਇਬਾਦਤ ਬੈਠੀ ਸੀ। ਕਰਮੋਂ ਨੇ ਉਸ ਨੂੰ ਨਾਲ ਹੀ ਚੁੱਕਦਿਆਂ ਆਪਣੇ ਭਰਾ ਕੋਲ ਖੁਸ਼ੀ-ਖੁਸ਼ੀ ਨਾਲ ਚਲੀ ਗਈ ਅਤੇ ਕਰਮੋਂ ਦੇ ਭਰਾ ਦੇ ਨਾਲ ਉਸਦੇ ਦੋਸਤ ਅਤੇ ਪਿਓ ਆਏ ਸਨ। ਕਰਮੋਂ ਨੇ ਇਬਾਦਤ ਨੂੰ ਆਪਣੇ ਭਰਾ ਕੋਲ ਫੜਾ ਦਿੱਤਾ ਅਤੇ ਜਲਦੀ-ਜਲਦੀ ਰਸੋਈ ਵਿੱਚ ਚਲੀ ਗਈ ਉਹਨਾਂ ਵਾਸਤੇ ਚਾਹ ਪਾਣੀ ਲਿਆਉਣ ਵਾਸਤੇ। ਕਰਮੋਂ ਦੇ ਭਰਾ ਨੇ ਕਰਮੋਂ ਨੂੰ ਇਹ ਨਹੀਂ ਦੱਸਿਆ ਕਿ ਉਹ ਅੱਜ ਆਉਣਗੇ। ਉਹ ਸਾਰੇ ਅਚਾਨਕ ਹੀ ਪ੍ਰੋਗਰਾਮ ਬਣਾ ਕੇ ਘਰੋਂ ਚੱਲ ਪਏ ਸੀ।
ਕਰਮੋ ਨੇ ਨੂਰ ਨੂੰ ਖੇਤਾਂ ਵਿੱਚ ਕੰਮ ਕਰਦੇ ਨੂੰ ਕਹਿ ਦਿੱਤਾ ਕਿ ਆਉਂਦੇ ਵਕਤ ਦੁਕਾਨ ਤੋਂ ਬਿਸਕੁਟ ਅਤੇ ਪਕੌੜੀਆਂ ਤੇ ਇੱਕ ਠੰਡੇ ਦੀ ਬੋਤਲ ਫੜ ਲਈ। ਕਰਮੋ ਨੇ ਲੌਂਗ ਇਲਾਇਚੀਆਂ ਵਾਲੀ ਬਹੁਤ ਵਧੀਆ ਚਾਹ ਬਣਾ ਲਈ ਤੇ ਬਾਹਰ ਤੋਂ ਕਰਮੋ ਦੀ ਸੱਸ ਆ ਕੇ ਕਰਮੋ ਨੂੰ ਕਹਿਣ ਲੱਗੀ, ਨੀ ਪੁੱਤਰ, ਨੂਰ ਨੂੰ ਦੁਬਾਰਾ ਫੋਨ ਕਰ ਦੇਵੀਂ ਕਿ ਬਾਜ਼ਾਰ ਵਿੱਚੋਂ ਆਉਂਦਾ ਹੋਇਆ ਫਲ ਸਬਜ਼ੀਆਂ ਵੀ ਲੈ ਆਵੇ, ਕਿਉਂਕਿ ਦੁਪਹਿਰ ਦਾ ਵੀ ਸਮਾਂ ਹੋਣ ਵਾਲਾ ਹੈ। ਫਿਰ ਤੇਰੇ ਭਰਾਵਾਂ ਵਾਸਤੇ ਰੋਟੀ ਦਾ ਸਮਾਂ ਵੀ ਲਗਭਗ ਹੋ ਹੀ ਚੱਲਿਆ ਹੈ। ਤੂੰ ਪੁੱਤ ਜਲਦੀ ਜਲਦੀ ਆਪਦੇ ਭਰਾਵਾਂ ਨੂੰ ਚਾਹ ਪਾਣੀ ਦੇ ਕੇ ਵਿਹਲੀ ਹੋ ਕੇ ਆ ਜਾ। ਅੱਛਾ, ਨੂਰ ਨੂੰ ਫੋਨ ਕਰਨਾ ਨਾ ਭੁੱਲ ਜਾਵੀਂ, ਹੁਣੇ ਹੀ ਕਹਿ ਦੇ ਉਸ ਨੂੰ। ਮੰਮੀ ਜੀ, ਪਹਿਲਾਂ ਨੂਰ ਨੂੰ ਬਿਸਕੁਟ ਵਗੈਰਾ ਤਾਂ ਲੈ ਆਉਣ ਦਿਓ, ਫਿਰ ਉਸ ਤੋਂ ਬਾਅਦ ਉਹ ਬਾਜ਼ਾਰ ਚਲੇ ਜਾਵੇਗਾ। ਰੋਟੀ ਵਾਸਤੇ ਹਲੇ ਸਾਡੇ ਕੋਲ ਬਹੁਤ ਸਮਾਂ ਹੈ। ਉਹ ਹਾਂ, ਮੈਂ ਤਾਂ ਭੁੱਲ ਹੀ ਗਈ ਸੀ। ਚੱਲ ਫਿਰ ਉਸ ਨੂੰ ਪਹਿਲਾਂ ਆਉਣ ਹੀ ਦੇ। ਬਾਹਰੋਂ ਕਰਮੋ ਦਾ ਭਰਾ ਅਤੇ ਉਸਦੇ ਦੋਸਤ ਮਿਲ ਕੇ ਛੋਟੀ ਜਿਹੀ ਬੱਚੀ ਇਬਾਦਤ ਨੂੰ ਆਪਣੇ ਹੱਥਾਂ ਦੇ ਇਸ਼ਾਰੇ ਕਰ ਕਰਕੇ ਖੜਾ ਰਹੇ ਸੀ। ਕਰਮੋ ਦਾ ਭਰਾ ਕਦੇ ਕਿਵੇਂ ਦਾ ਮੂੰਹ ਬਣਾ ਲੈਂਦਾ ਸੀ, ਕਦੇ ਕਿਵੇਂ ਦਾ। ਇਹ ਸਭ ਦੇਖ ਕੇ ਕਰਮੋ ਦੇ ਮਨ ਵਿੱਚ ਇੱਕ ਸਕੂਨ ਜਿਹਾ ਪੈਦਾ ਹੋ ਰਿਹਾ ਸੀ ਤੇ ਰੱਬ ਦਾ ਸ਼ੁਕਰਾਨਾ ਕਰ ਰਹੀ ਸੀ ਕਿ ਹੇ ਰੱਬਾ, ਤੂੰ ਮੈਨੂੰ ਆਪਣੇ ਜਿਹਾ ਇੱਕ ਭਰਾ ਦਿੱਤਾ ਜਿਹੜਾ ਮੇਰੇ ਦੁੱਖ ਅਤੇ ਸੁੱਖ ਵਿੱਚ ਹਮੇਸ਼ਾ ਹੀ ਖੜ ਜਾਂਦਾ ਹੈ। ਚਾਹ ਬਣਾਉਂਦੀ ਬਣਾਉਂਦੀ ਕਰਮੋ ਰਸੋਈ ਦੀ ਖਿੜਕੀ ਵਿੱਚੋਂ ਆਪਣੇ ਭਰਾਵਾਂ ਨੂੰ ਤੱਕ ਰਹੀ ਸੀ ਤੇ ਤੱਕਦੀ ਤੱਕਦੀ ਦੇ ਅੱਖਾਂ ਵਿੱਚ ਹੰਝੂ ਆ ਡਿੱਗੇ, ਕਿਉਂਕਿ ਕਰਮੋ ਬੜੇ ਹੀ ਜਜ਼ਬਾਤੀ ਸੁਭਾਅ ਦੀ ਮਾਲਕ ਸੀ। ਹੋਰ ਛੋਟੀਆਂ-ਛੋਟੀਆਂ ਗੱਲਾਂ ਵਿੱਚੋਂ ਵੀ ਖੁਸ਼ੀ ਲੱਭ ਲੈਂਦੀ ਸੀ ਅਤੇ ਵੱਡੇ-ਵੱਡੇ ਦੁੱਖਾਂ ਨੂੰ ਵੀ ਉਸਨੇ ਆਪਣੇ ਪਿੰਡੇ ਤੋਂ ਹੰਢਾਇਆ ਸੀ। ਕਦੇ-ਕਦੇ ਉਸ ਨੂੰ ਆਪਣੀ ਪਹਿਲੀ ਸੱਸ ਬਾਰੇ ਸੋਚ। ਬਾਕੀ ਕੱਲ੍ਹ ਦੀ ਵੀਡੀਓ 'ਚ ਜਾਰੀ ਰੱਖਾਂਗੇ ਜੀ। ਨਾਵਲ ਨੂੰ ਪੂਰਾ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਅਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤਾਂ ਜੋ ਵਧੀਆ ਲਿਖਤਾਂ ਤੁਹਾਡੇ ਅੱਗੇ ਪੇਸ਼ ਕਰਦੇ ਰਹੀਏ। ਧੰਨਵਾਦ ਜੀ।